ਹੈਲੋ एवरीवन। ਇਸ ਤੋਂ ਪਹਿਲੀ ਵੀਡੀਓ ਦੇ ਵਿੱਚ ਬੱਚੇ ਅਸੀਂ ਡਿਟਰਮੀਨੈਂਟ ਤੇ ਉਸ ਦੀਆਂ 4 ਪ੍ਰੋਪਰਟੀਜ਼ ਨੂੰ ਡਿਸਕਸ ਕਰ ਚੁੱਕੇ ਹਾਂ। ਇਸ ਵੀਡੀਓ ਦੇ ਵਿੱਚ ਅਸੀਂ ਉਹਦੀਆਂ ਰਹਿੰਦੀਆਂ 6 ਪ੍ਰੋਪਰਟੀਜ਼ ਨੂੰ ਡਿਸਕਸ ਕਰਾਂਗੇ। ਡਿਟਰਮੀਨੈਂਟ ਦੀ 5th ਪ੍ਰੋਪਰਟੀ ਕੀ ਹੈ? If every element of a row is multiplied with the same constant k, then the value of determinant is multiplied the constant k। ਕਹਿੰਦੇ ਬੱਚੇ ਜੇਕਰ ਅਸੀਂ ਕਿਸੇ ਮੈਟ੍ਰਿਕਸ ਦੀ ਕਿਸੇ ਰੋ ਜਾਂ ਕਿਸੇ ਕਾਲਮ ਦੀ ਪ੍ਰੋਡਕਟ ਕਿਸੇ ਕੌਂਸਟੈਂਟ k ਦੇ ਨਾਲ ਕਰੀਏ ਤਾਂ ਉਹਦੀ ਜਿਹੜੀ ਡਿਟਰਮੀਨੈਂਟ ਦੀ ਵੈਲਿਊ ਆ ਉਹਦੀ ਮਲਟੀਪਲਾਈ ਵੀ ਸਿੰਪਲ k ਨਾਲ ਹੋ ਜਾਂਦੀ ਹੈ। ਕਿਵੇਂ? ਕਹਿੰਦੇ ਸਾਡੇ ਕੋਲ ਇੱਕ ਮੈਟ੍ਰਿਕਸ ਲੈ ਲਈ ਬੱਚੇ 1 2 3 4 5 6 1 0 1। ਕਹਿੰਦੇ ਇਹਦੀ ਫਸਟ ਰੋ ਮੰਨ ਲਓ ਜੋ ਆ ਫਸਟ ਰੋ ਆ ਇਹਦੀ ਸਾਰੀ ਦੀ ਪ੍ਰੋਡਕਟ ਤੁਸੀਂ 2 ਨਾਲ ਕਰ ਦਿਓ। ਮੰਨ ਲਓ ਇਹਦੀ 2 ਨਾਲ ਪ੍ਰੋਡਕਟ ਹੋਣ ਤੋਂ ਬਾਅਦ ਇਹ ਮੈਟ੍ਰਿਕਸ ਬਣੂਗੀ 2 4 ਐਂਡ 6। ਬੱਚੇ ਸਿਰਫ ਰੋ ਦੀ ਗੱਲ ਕਰ ਰਹੇ ਹਾਂ ਜਾਂ ਫਿਰ ਜੇ ਕਾਲਮ ਦੀ ਪ੍ਰੋਡਕਟ ਕੋਰਸਪੋਂਡਿੰਗ ਇੱਕ ਰੋ ਜਾਂ ਕਾਲਮ ਦੀ ਪ੍ਰੋਡਕਟ। ਹੁਣ ਇਹ ਆ ਗਈ ਸਾਡੇ ਕੋਲ ਮੈਟ੍ਰਿਕਸ। ਜਦੋਂ ਤੁਸੀਂ ਇਹਦਾ ਡਿਟਰਮੀਨੈਂਟ ਕੱਢੋਗੇ, ਜਦੋਂ ਇਹਦਾ ਡਿਟਰਮੀਨੈਂਟ ਕੱਢਿਆ ਕਹਿੰਦੇ ਉਹ ਸੇਮ ਵੈਲਿਊ ਦੇਗਾ ਚਾਹੇ ਤੁਸੀਂ ਪਹਿਲਾਂ ਆ ਜਿਹੜੀ ਅੰਦਰ ਮੈਟ੍ਰਿਕਸ ਲਿਖੀ ਸੀਗੀ 1 2 3 4 5 6 1 0 1 ਇਹਦਾ ਡਿਟਰਮੀਨੈਂਟ ਕੱਢ ਲੈਂਦੇ, ਜੋ ਆਨਸਰ ਆਉਂਦਾ ਉਹਦੀ 2 ਦੇ ਨਾਲ ਪ੍ਰੋਡਕਟ ਕਰ ਦਿੰਦੇ। ਸੋ ਸਾਡੇ ਕੋਲ ਕੀ ਕਹਿੰਦੇ ਜੇ ਅਸੀਂ ਕਿਸੇ ਰੋ ਜਾਂ ਕਾਲਮ ਦੀ ਪਰਟੀਕੂਲਰ ਕਿਸੇ ਰੋ ਜਾਂ ਕਾਲਮ ਦੀ ਕਿਸੇ ਇੱਕ ਕੌਂਸਟੈਂਟ ਨਾਲ ਮਲਟੀਪਲਾਈ ਕਰਦੇ ਹਾਂ ਤਾਂ ਸਿੰਪਲੀ ਉਸ ਜਿਹੜੀ ਮੈਟ੍ਰਿਕਸ ਆ ਉਹਦੇ ਡਿਟਰਮੀਨੈਂਟ ਦੀ ਵੈਲਿਊ ਵੀ ਕੀ ਹੋ ਜਾਂਦੀ ਹੈ ਉਸ ਕੌਂਸਟੈਂਟ ਨਾਲ ਹੋ ਜਾਂਦੀ ਆ। ਦੇਖੋ ਇੱਥੇ ਤਾਂ ਜਿਵੇਂ ਹੁਣ ਸਾਡੇ ਕੋਲ ਇੱਕ ਸੀਗਾ, ਇੱਕ ਫਸਟ ਰੋ ਦੇ ਨਾਲ ਅਸੀਂ ਪ੍ਰੋਡਕਟ ਕੀਤੀ ਤਾਂ ਡਿਟਰਮੀਨੈਂਟ ਦੀ ਵੈਲਿਊ ਦੀ ਮਲਟੀਪਲਾਈ ਵੀ ਇੱਕ ਵਾਰੀ ਹੋਈ। ਜੇ ਮੰਨ ਲਓ ਤੁਹਾਡੇ ਕੋਲ ਹੈਗੀ ਬੱਚੇ ਮੈਟ੍ਰਿਕਸ 2 4 6 ਲੈ ਲਿਆ, ਉਸ ਤੋਂ ਬਾਅਦ 8 10 12 ਦਿੱਤਾ ਹੋਇਆ 14 16 ਐਂਡ 18। ਮੰਨ ਲਓ ਇਹ ਸਾਨੂੰ ਮੈਟ੍ਰਿਕਸ ਕੋਈ ਗਿਵਨ ਆ। ਹੁਣ ਜਦੋਂ ਤੁਸੀਂ ਬੱਚੇ ਮੈਟ੍ਰਿਕਸ ਦੇਖਿਆ ਹੁਣ ਇੱਥੇ ਤਾਂ ਕੋਈ ਸਕੇਲਰ ਮਲਟੀਪਲਾਈ ਨਹੀਂ, ਕਿਵੇਂ ਕਰੀਏ ਅਸੀਂ ਇਹ ਪ੍ਰੋਪਰਟੀ ਦਾ ਯੂਜ਼ ਕਿਵੇਂ ਕਰ ਸਕਦੇ ਹਾਂ? ਦੇਖੋ ਜਿਹੜੀ ਫਸਟ ਰੋ ਆ ਉਹਦੇ ਵਿੱਚੋਂ ਤੁਹਾਡੇ ਕੋਲ 2 ਕਾਮਨ ਨਿਕਲ ਰਿਹਾ, ਯੈਸ। ਸੈਕਿੰਡ ਰੋ ਆ ਸੈਕਿੰਡ ਰੋ ਦੇ ਵਿੱਚੋਂ ਵੀ 2 ਕਾਮਨ ਨਿਕਲ ਰਿਹਾ, ਯੈਸ ਡਬਲ ਟਾਈਮ। ਥਰਡ ਰੋ ਆ ਥਰਡ ਰੋ ਦੇ ਵਿੱਚੋਂ ਵੀ ਤਾਂ ਬੱਚੇ 2 ਕਾਮਨ ਨਿਕਲ ਰਿਹਾ ਤਾਂ ਅੰਦਰ ਕੀ ਮੈਟ੍ਰਿਕਸ ਬਚੇਗੀ 1 2 3 4 5 6 7 8 9। ਸੋ ਕੀ ਕਰ ਸਕਦੇ ਹਾਂ? ਕਹਿੰਦੇ ਬੱਚੇ ਜਦੋਂ ਕਿਸੇ ਰੋ ਜਾਂ ਕਾਲਮ ਦੇ ਵਿੱਚੋਂ ਕੋਈ ਐਲੀਮੈਂਟ ਆ ਜਿਹੜਾ ਪ੍ਰੋਡਕਟ ਦੀ ਫਾਰਮ 'ਚ ਪੈ ਨੇ ਸੇਮ ਕੌਂਸਟੈਂਟ ਨਾਲ ਪ੍ਰੋਡਕਟ, ਜਿਵੇਂ ਹੁਣ ਫਸਟ ਰੋ 2 ਨਾਲ ਪ੍ਰੋਡਕਟ ਹੋ ਰਹੀ ਸੀ ਸਾਰਿਆਂ ਦੇ ਵਿੱਚ, ਉਹਦੇ ਵਿੱਚੋਂ 2 ਕਾਮਨ ਨਿਕਲ ਰਿਹਾ ਸੀ ਤਾਂ ਉਹਨੂੰ ਬਾਹਰ ਕੱਢ ਲਿਆ। ਸੈਕਿੰਡ ਰੋ ਦੇ ਵਿੱਚੋਂ 2 ਕਾਮਨ ਨਿਕਲ ਰਿਹਾ ਸੀ, ਕਾਮਨ ਕੱਢ ਲਿਆ। ਥਰਡ ਦੇ ਵਿੱਚੋਂ ਵੀ 2 ਕਾਮਨ ਨਿਕਲ ਰਿਹਾ ਸੀ ਸੋ ਬਾਹਰ ਕੱਢ ਲਿਆ। ਕਹਿੰਦੇ ਇਸ ਤਰ੍ਹਾਂ ਜੇਕਰ ਸੇਮ ਕੌਂਸਟੈਂਟ ਨਾਲ ਮਲਟੀਪਲਾਈ ਹੋਈ ਹੈ ਤਾਂ ਅਸੀਂ ਉਸ ਕੌਂਸਟੈਂਟ ਨੂੰ ਬਾਹਰ ਕੱਢ ਸਕਦੇ ਹਾਂ ਅਤੇ ਜੋ ਅੰਦਰ ਮੈਟ੍ਰਿਕਸ ਬਣੀ ਉਹਦਾ ਸਿਰਫ ਡਿਟਰਮੀਨੈਂਟ ਕਰ ਲਓ, ਆਨਸਰ ਇਹਦੇ ਡਿਟਰਮੀਨੈਂਟ ਦੇ ਹੀ ਇਕੁਅਲ ਆਏਗਾ। ਹੁਣ ਤੁਹਾਡਾ ਕੁਐਸਚਨ ਹੋਏਗਾ ਫਿਰ ਜੇਕਰ ਸਾਡੇ ਕੋਲ ਡਿਫਰੈਂਟ ਟਾਈਪ ਆਫ ਐਲੀਮੈਂਟਸ ਹੋਣ, ਜਿਵੇਂ ਇੱਥੇ ਹਰੇਕ ਦੀ 2 2 ਨਾਲ ਹੋ ਰਹੀ ਸੀ ਤਾਂ ਅਸੀਂ ਸਾਰੇ 'ਚ 2 ਕਾਮਨ ਕੱਢ ਲਿਆ। ਜੇ 2 ਦੀ ਨਾ ਹੋ ਕੇ 3 ਦੀ ਹੁੰਦੀ, ਜਿਵੇਂ ਮੰਨ ਲਓ ਬੱਚੇ ਸਾਨੂੰ ਮੈਟ੍ਰਿਕਸ ਗਿਵਨ ਆ, ਹਾਂਜੀ ਸਾਡੇ ਕੋਲ ਮੈਟ੍ਰਿਕਸ ਆ 2 4 6, ਉਸ ਤੋਂ ਬਾਅਦ 3 6 9 ਐਂਡ ਉਸ ਤੋਂ ਬਾਅਦ ਮੰਨ ਲਓ ਬੱਚੇ 4 8 ਐਂਡ 12। ਇਹ ਸਾਡੇ ਕੋਲ ਕੋਈ ਮੈਟ੍ਰਿਕਸ ਗਿਵਨ ਆ ਅਤੇ ਇਹਦਾ ਡਿਟਰਮੀਨੈਂਟ ਪੁੱਛ ਰੱਖਿਆ। ਹੁਣ ਇੱਕ ਤਾਂ ਤੁਹਾਡੇ ਕੋਲ ਸਿੱਧਾ ਸਟੈਪ ਵਿੱਚ ਮੈਟ੍ਰਿਕਸ ਪਈ ਹੈ ਅਤੇ ਡਿਟਰਮੀਨੈਂਟ ਕਰ ਲਓ, ਪਰ ਜੇ ਉਹਨਾਂ ਨੇ ਕਿਹਾ ਕਿਸੇ ਪ੍ਰੋਪਰਟੀ ਦੇ ਨਾਲ ਇਹਨੂੰ ਸੋਲਵ ਕਰੋ ਫਿਰ ਅਸੀਂ ਕੀ ਕਹਾਂਗੇ? ਕਹਿੰਦੇ ਜਿਹੜਾ ਫਸਟ ਰੋ ਆ ਉਹਦੇ ਵਿੱਚ 2 ਕਾਮਨ ਨਿਕਲ ਰਿਹਾ, 2 ਕਿਉਂਕਿ ਇਹ 2 ਦਾ ਮਲਟੀਪਲ ਇਹ ਵੀ 2 ਦਾ ਮਲਟੀਪਲ ਇਹ ਵੀ 2 ਦਾ ਮਲਟੀਪਲ ਆ, 2 ਕਾਮਨ ਨਿਕਲ ਜਾਏਗਾ ਤਾਂ ਅੰਦਰ ਕੀ ਬਚੇਗਾ 1 2 ਐਂਡ 3। ਹੁਣ ਜਿਹੜੀ ਸੈਕਿੰਡ ਰੋ ਆ ਉਹ ਬੱਚੇ ਸਾਰੇ ਮਲਟੀਪਲ ਕਿਹਦੇ ਨੇ 3 ਦਾ 6 ਆ 9 ਆ, ਇਸਦਾ ਮਤਲਬ 3 ਦੇ ਮਲਟੀਪਲ ਨੇ, ਇਸਦਾ ਮਤਲਬ ਸੈਕਿੰਡ ਰੋ ਦੇ ਵਿੱਚੋਂ ਕੀ ਕਾਮਨ ਨਿਕਲ ਰਿਹਾ 3। ਅੰਦਰ ਕੀ ਬਚਿਆ 1 2 ਐਂਡ 3। ਉਸ ਤੋਂ ਬਾਅਦ ਬੱਚੇ ਥਰਡ ਦੇਖੋ, ਥਰਡ ਦੇ ਵਿੱਚ ਸਾਡੇ ਕੋਲ ਕੀ ਆ 4 8 12 ਕਿਹਦੇ ਸਾਰੇ ਮਲਟੀਪਲ ਨੇ 4 ਦੇ। ਬੱਚੇ ਹੁਣ ਕਹੋਗੇ 2 ਦੇ ਵੀ ਤਾਂ ਹੈਗੇ ਨੇ, ਹਾਂਜੀ ਅਸੀਂ 2 ਵੀ ਬਾਹਰ ਕੱਢ ਸਕਦੇ ਹਾਂ ਬੱਚੇ, 2 ਕੱਢ ਲਿਆ ਤਾਂ ਅੰਦਰ ਕੀ ਬਚੇਗਾ 2 4 ਐਂਡ 6। ਅਗੇਨ ਦੇਖੋ ਜਿਹੜੀ ਇਹ ਰੋ ਬਣੀ ਚੋਂ ਅਗੇਨ 2 ਕਾਮਨ ਨਿਕਲ ਜਾਏਗਾ ਫਿਰ ਅੰਦਰ ਕੀ ਬਚੂਗਾ 1 2 3। ਹੁਣ ਇਹਦਾ ਡਿਟਰਮੀਨੈਂਟ ਕਹਿੰਦੇ ਜਦੋਂ ਬੱਚੇ ਸਾਡੇ ਕੋਲ ਕਿਸੇ ਰੋ ਕਿਸੇ ਮੈਟ੍ਰਿਕਸ ਦੇ ਵਿੱਚ 2 ਰੋ ਜਾਂ 2 ਕਾਲਮ ਸੇਮ ਆ ਜਾਣ, ਜਿਵੇਂ ਇਹਦੇ ਵਿੱਚ ਦੋਨੋਂ ਰੋ ਸੇਮ ਨੇ ਫਸਟ ਐਂਡ ਸੈਕਿੰਡ ਆਇਡੈਂਟੀਕਲ ਨੇ, ਤਾਂ ਬਾਈ ਯੂਜ਼ਿੰਗ ਪ੍ਰੋਪਰਟੀ 4 ਡਿਟਰਮੀਨੈਂਟ ਆਫ ਦਿਸ ਮੈਟ੍ਰਿਕਸ ਇਜ਼ ਇਕੁਅਲ ਟੂ 0। ਤਾਂ ਇਹਦਾ ਮੈਟ੍ਰਿਕਸ ਦਾ ਡਿਟਰਮੀਨੈਂਟ ਕੀ ਆ ਗਿਆ 0। ਸੋ ਇਸ ਤਰ੍ਹਾਂ ਅਸੀਂ ਕਿਸੇ ਵੀ ਪ੍ਰੋਪਰਟੀ ਦਾ ਯੂਜ਼ ਕਰ ਸਕਦੇ ਹਾਂ। ਹੁਣ ਬੱਚੇ ਇਹ ਆਪਾਂ ਨੇ ਇੱਥੇ ਦੇਖਿਆ ਕਿ ਕਹਿੰਦੇ ਜਿੰਨੇ ਰੋ ਦੇ ਨਾਲ ਕੌਂਸਟੈਂਟ ਜਿੰਨੀਆਂ ਰੋ ਦੇ ਵਿੱਚੋਂ ਅਸੀਂ ਕਾਮਨ ਕੱਢ ਸਕਦੇ ਹਾਂ ਉਨੇ ਨਾਲ ਹੀ ਬਾਹਰ ਉਹਦੀ ਪ੍ਰੋਡਕਟ ਹੋਈ ਜਾਓ। ਜੇ 2 ਕਾਮਨ ਨਿਕਲ ਰਹੇ ਤਾਂ 2 ਦੀ ਪਾਵਰ 2 ਆ ਜਾਓ, 3 ਨਿਕਲ ਰਹੇ ਤਾਂ 3 ਦੀ ਪਾਵਰ 2। ਜੇ ਅਲੱਗ-ਅਲੱਗ ਕੌਂਸਟੈਂਟ ਨੇ ਤਾਂ ਬਾਹਰ ਪ੍ਰੋਡਕਟ 'ਚ ਆ ਜਾਣਗੇ। ਸਿੰਪਲੀ ਕਹਿੰਦੇ ਜੇ ਅਸੀਂ ਸਾਰੀ ਮੈਟ੍ਰਿਕਸ ਦੀ ਪ੍ਰੋਡਕਟ ਵਿੱਚ ਕੇ ਨਾਲ ਕਰਦੇ ਹਾਂ, ਜਿਵੇਂ ਸਾਰੀ ਮੈਟ੍ਰਿਕਸ ਦੀ ਹੀ ਪ੍ਰੋਡਕਟ ਕਿਸੇ ਕੌਂਸਟੈਂਟ ਨਾਲ ਕੀਤੀ ਤਾਂ ਉਹਦਾ ਡਿਟਰਮੀਨੈਂਟ ਕੀ ਆਏਗਾ? ਕਹਿੰਦਾ ਸਿੰਪਲ ਇਹਦਾ ਡਿਟਰਮੀਨੈਂਟ ਕੱਢ ਲਓ, ਉਹਦੀ ਪ੍ਰੋਡਕਟ k ਦੀ ਪਾਵਰ n ਨਾਲ ਕਰ ਦਿਓ, ਕਿਉਂਕਿ ਕਿੰਨੀ ਵਾਰੀ ਹਰ ਰੋ ਦੇ ਵਿੱਚੋਂ ਆਏਗਾ। ਜੇ ਇਹਦਾ ਆਰਡਰ n ਆ ਤਾਂ k ਕਿੰਨੀ ਵਾਰੀ ਕਾਮਨ ਨਿਕਲ ਗਿਆ n ਟਾਈਮ ਕਾਮਨ ਨਿਕਲ ਗਿਆ। ਸੋ ਇਹ ਸੀਗੀ 5th ਪ੍ਰੋਪਰਟੀ।
ਨੈਕਸਟ ਹੈ ਬੱਚੇ ਸਿਕਸਥ ਪ੍ਰੋਪਰਟੀ। ਸਿਕਸ ਦੇ ਵਿੱਚ ਕੀ ਕਹਿ ਰਿਹਾ, ਕਹਿੰਦੇ ਇਫ ਈਚ ਐਲੀਮੈਂਟ ਇਨ ਐਨੀ ਰੋ ਕੰਸਿਸਟ ਆਫ ਟੂ ਟਰਮ ਦੈਨ ਦੀ ਡਿਟਰਮੀਨੈਂਟ ਕੈਨ ਬੀ ਐਕਸਪ੍ਰੈਸ ਐਜ਼ ਦਾ ਸਮ ਆਫ ਟੂ ਡਿਟਰਮੀਨੈਂਟ ਆਫ ਦਾ ਸੇਮ ਆਰਡਰ। ਕਹਿੰਦੇ ਜੇਕਰ ਕੋਈ ਰੋ ਜਾਂ ਕਾਲਮ ਦੇ ਵਿੱਚ ਦੋ ਟਰਮਸ ਪਈਆਂ ਨੇ ਜਿਨ੍ਹਾਂ ਨੂੰ ਅਸੀਂ ਸਮ ਦੀ ਫਾਰਮ 'ਚ ਲਿਖ ਸਕਦੇ ਹਾਂ ਤਾਂ ਉਹਨਾਂ ਦਾ ਡਿਟਰਮੀਨੈਂਟ ਵੀ ਬੱਚੇ ਅਸੀਂ ਸੈਪਰੇਟ ਕਰਕੇ ਕਰ ਸਕਦੇ ਹਾਂ। ਜਿਵੇਂ ਕਹਿ ਲਓ ਸਾਨੂੰ ਕੋਈ ਮੈਟ੍ਰਿਕਸ ਦਿੱਤੀ ਹੈ A+A1 A+A2 ਐਂਡ A+A3 A+A3, ਚਾਹੇ ਬੱਚੇ ਇੱਥੇ B ਲੈ ਲਓ B+A2 C+A3, ਨੀਚੇ ਵੱਲ ਲਓ 1 2 3 4 5 6 ਇਹ ਸਾਨੂੰ ਮੈਟ੍ਰਿਕਸ ਦੇ ਰੱਖਿਆ ਅਤੇ ਪੁੱਛ ਰੱਖਿਆ ਇਹਦਾ ਡਿਟਰਮੀਨੈਂਟ ਕੀ ਆਊਗਾ। ਤਾਂ ਤੁਸੀਂ ਕੀ ਕਹੋਗੇ ਕਿ ਪਲੱਸ ਦੀਆਂ ਟਰਮਸ ਨੇ ਹੁਣ ਕਿਵੇਂ, ਕਹਿੰਦੇ ਨਹੀਂ ਅਸੀਂ ਇਹਦਾ ਕੀ ਕਰ ਸਕਦੇ, ਸਿੰਪਲ ਇਹਨੂੰ ਦੋ ਮੈਟ੍ਰਿਕਸ 'ਚ ਕਨਵਰਟ ਕਰ ਲਓ। ਇੱਕ ਮੈਟ੍ਰਿਕਸ ਬਣੂਗੀ ਆਹ ਪਹਿਲੇ ਐਲੀਮੈਂਟਸ ਲੈ ਲਓ A1 4 ਫਿਰ B2 5 ਫਿਰ C3 6, ਮਤਲਬ ਜੋ ਐਡੀਸ਼ਨ 'ਚ ਟਰਮ ਪਈਆਂ ਸੀ ਉਹਨਾਂ ਦੀ ਸਿਰਫ ਪਹਿਲਾਂ ਲਿਖ ਲਿਆ ABC ਪਹਿਲਾ ਕੋਫੀਸ਼ੀਐਂਟ ABC, ਫਿਰ ਉਸ ਤੋਂ ਬਾਅਦ ਪਲੱਸ ਦਾ ਸਿੰਬਲ, ਫਿਰ ਜਿਹੜੇ ਸੈਕਿੰਡ ਨੇ A1, ਫਿਰ ਨੀਚੇ ਵਾਲੀਆਂ ਟਰਮਸ ਨਹੀਂ ਛੇੜਨੀਆਂ ਬੱਚੋ ਐਜ਼ ਇਟ ਇਜ਼ 1 4, ਉਸ ਤੋਂ ਬਾਅਦ A2 ਐਂਡ 2 5, ਫਿਰ ਉਸ ਤੋਂ ਬਾਅਦ A3 3 ਐਂਡ 6। ਦੇਖੋ ਹੁਣ ਦੋ ਮੈਟ੍ਰਿਕਸ ਦੇ ਵਿੱਚ ਅਸੀਂ ਕਨਵਰਟ ਕਰ ਲਿਆ। ਇਹੀ ਸਿਕਸਥ ਪ੍ਰੋਪਰਟੀ ਹੈ, ਕਹਿੰਦੇ ਜਦੋਂ ਰੋ ਜਾਂ ਕਾਲਮ ਦੇ ਵਿੱਚ ਇੱਕ ਸਾਰੇ ਐਲੀਮੈਂਟ ਪਲੱਸ ਦੀ ਫਾਰਮ 'ਚ ਪੈ ਨੇ ਤਾਂ ਅਸੀਂ ਉਹਨਾਂ ਨੂੰ ਸੈਪਰੇਟ ਕਰਕੇ ਦੋ ਮੈਟ੍ਰਿਕਸ ਬਣਾ ਸਕਦੇ ਹਾਂ ਅਤੇ ਉਹਨਾਂ ਦੋਹਾਂ ਦਾ ਅਲੱਗ-ਅਲੱਗ ਡਿਟਰਮੀਨੈਂਟ ਕਰਕੇ ਵੀ ਉਹਨਾਂ ਨੂੰ ਐਡ ਕਰ ਸਕਦੇ ਹਾਂ, ਫਿਰ ਵੀ ਵੈਲਿਊ ਸੇਮ ਆਊਗੀ। ਅੱਗੇ ਸੈਵਨਥ ਪ੍ਰੋਪਰਟੀ ਕੀ ਹੈ ਬੱਚੇ, ਕਹਿੰਦੇ ਸੈਵਨਥ ਪ੍ਰੋਪਰਟੀ ਦੇ ਵਿੱਚ ਜੇਕਰ ਇੱਥੇ ਮੰਨ ਲਓ ਤਿੰਨ ਐਲੀਮੈਂਟ ਹੁੰਦੇ 3 ਐਲੀਮੈਂਟ ਪ੍ਰੋਡਕਟ ਦੀ ਸਮ ਦੀ ਫਾਰਮ 'ਚ ਪਏ ਹੁੰਦੇ ਤਾਂ ਸਾਡੇ ਕੋਲ ਤਿੰਨ ਮੈਟ੍ਰਿਕਸ ਬਣ ਜਾਂਦੀਆਂ ਅਲੱਗ-ਅਲੱਗ। ਤਿੰਨ ਮੈਟ੍ਰਿਕਸ ਦੇ ਵਿੱਚ ਅਸੀਂ ਉਹਨੂੰ ਰਿਪਰੈਜ਼ੈਂਟ ਕਰ ਸਕਦੇ ਸੀ, ਤਿੰਨਾਂ ਦਾ ਡਿਟਰਮੀਨੈਂਟ ਕੱਢ ਕੇ ਐਂਡ 'ਚ ਉਹਨਾਂ ਨੂੰ ਅਸੀਂ ਐਡ ਕਰ ਦਿੰਦੇ। ਇਹ ਸੀਗੀ ਸਾਡੀ ਸੈਵਨਥ ਪ੍ਰੋਪਰਟੀ। ਦੇਖੋ ਬੱਚੇ ਇਸ ਟਾਈਪ ਦੇ ਨਾਲ ਕਹਿੰਦੇ ਜਦੋਂ ਤਿੰਨ ਦੀ ਫਾਰਮ 'ਚ ਹੋਣ ਤਾਂ ਅਸੀਂ ਉਹ ਤੋਂ ਤਿੰਨ ਮੈਟ੍ਰਿਕਸ ਬਣਾ ਸਕਦੇ ਹਾਂ ਅਤੇ ਤਿੰਨਾਂ ਦੇ ਜਿਹੜੇ ਡਿਟਰਮੀਨੈਂਟ ਕੱਢ ਕੇ ਐਂਡ 'ਤੇ ਉਹਨਾਂ ਨੂੰ ਕੀ ਕਰ ਲਾਂਗੇ, ਐਡ ਕਰ ਲਾਂਗੇ। ਉਸ ਤੋਂ ਬਾਅਦ 8th ਪ੍ਰੋਪਰਟੀ ਕੀ ਆ, ਪ੍ਰੂਵ ਦੈਟ ਦੀ ਵੈਲਿਊ ਆਫ ਡਿਟਰਮੀਨੈਂਟ ਆਫ ਡਾਇਗਨਲ ਮੈਟ੍ਰਿਕਸ ਇਜ਼ ਇਕੁਅਲ ਟੂ ਦਾ ਪ੍ਰੋਡਕਟ ਆਫ ਡਾਇਗਨਲ। ਕਹਿੰਦੇ ਜਦੋਂ ਵੀ ਕੋਈ ਸਾਡੇ ਕੋਲ ਡਾਇਗਨਲ ਮੈਟ੍ਰਿਕਸ ਆਉਂਦੀ ਹੈ ਤਾਂ ਹਮੇਸ਼ਾ ਹੀ ਬੱਚੇ ਉਹਦੇ ਡਿਟਰਮੀਨੈਂਟ ਹੁੰਦਾ ਉਹ ਡਾਇਗਨਲ ਦੀ ਪ੍ਰੋਡਕਟ ਦੀ ਫਾਰਮ 'ਚ ਹੁੰਦਾ। ਦੇਖੋ ਇਹਨੂੰ ਅਸੀਂ ਆਪਾਂ ਸੋਲਵ ਕਰਕੇ ਦੇਖਾਂਗੇ ਤਾਂ ਵੀ ਆਂਸਰ ਸੇਮ ਆਓ। ਹੁਣ ਡਾਇਗਨਲ ਮੈਟ੍ਰਿਕਸ ਕੀ ਹੁੰਦੀ ਆ, ਸਿਰਫ ਉਹ ਮੈਟ੍ਰਿਕਸ ਜਿਹਦੇ ਸਿਰਫ ਔਰ ਸਿਰਫ ਡਾਇਗਨਲ 'ਚ ਐਲੀਮੈਂਟ ਪਏ ਹੋਣ, ਪ੍ਰਿੰਸੀਪਲ ਡਾਇਗਨਲ 'ਚ ਐਲੀਮੈਂਟ ਪਏ ਹੋਣ, ਬਾਕੀ ਐਲੀਮੈਂਟ ਕੀ ਹੋਣੇ ਚਾਹੀਦੇ ਨੇ, 0। ਜਿਵੇਂ ਹੁਣ ਆ ਇਹਦਾ ਡਿਟਰਮੀਨੈਂਟ ਕੱਢਣਾ ਬੱਚੇ, ਦੇਖੋ ਡਿਟਰਮੀਨੈਂਟ ਰੂਲ ਕੀ ਕਹਿੰਦਾ, ਇਹਦੇ ਵਿੱਚ ਆ ਪਲੱਸ ਹੋਏਗਾ, ਇੱਥੇ ਮਾਈਨਸ, ਇੱਥੇ ਪਲੱਸ, ਫਸਟ ਐਲੀਮੈਂਟ ਐਜ਼ ਇਟ ਇਜ਼, ਇਹ ਤੋਂ ਬਾਅਦ ਇਹਨਾਂ ਦੀ ਕ੍ਰੋਸ, ਮਤਲਬ ਜਿਸ ਰੋ 'ਚ ਕਾਲਮ 'ਚ ਆਉਂਦਾ ਉਹਨੂੰ ਛੱਡ ਕੇ ਬਾਕੀ ਜੋ ਐਲੀਮੈਂਟ ਬੱਚੇ ਨੇ ਉਹਨਾਂ ਨੂੰ ਸੋਲਵ ਕਰ ਲਾਂਗੇ। 2 3 ਦਾ 6 ਹੋ ਗਿਆ, ਉਸ ਤੋਂ ਬਾਅਦ ਬੱਚੇ -0, ਉਸ ਤੋਂ ਬਾਅਦ ਤਾਂ 0 0 ਹੀ ਨੇ ਤਾਂ ਰਿਮੂਵ ਹੋ ਜਾਏਗਾ, ਸੋ ਆਂਸਰ ਕਿੰਨਾ ਆ ਗਿਆ 6। ਜਦੋਂ ਡਿਟਰਮੀਨੈਂਟ ਕੱਢਿਆ 6 ਆਇਆ, ਬਟ ਪ੍ਰੋਪਰਟੀ ਕੀ ਕਹਿੰਦੀ ਆ, ਕਹਿੰਦੇ ਜਦੋਂ ਵੀ ਡਾਇਗਨਲ ਮੈਟ੍ਰਿਕਸ ਪਈ ਹੋਵੇ ਤਾਂ ਉਹਦੇ ਪ੍ਰੋਡਕਟ ਆਫ ਡਾਇਗਨਲ ਐਲੀਮੈਂਟ ਹੀ ਡਿਟਰਮੀਨੈਂਟ ਹੁੰਦਾ। ਦੇਖੋ ਮੇਨ ਡਾਇਗਨਲ ਐਲੀਮੈਂਟ ਨੇ, ਇਹਨਾਂ ਦੀ ਪ੍ਰੋਡਕਟ ਕਰੋਗੇ 1 2 ਦਾ 2 2 3 ਦਾ 6, ਉਦੋਂ ਵੀ ਆਂਸਰ 6 ਆਉਣਾ ਸੀ। ਕਹਿੰਦੇ ਡਿਟਰਮੀਨੈਂਟ ਨਹੀਂ ਸੋਲਵ ਕਰਨਾ, ਬਸ ਪ੍ਰੋਪਰਟੀ ਯੂਜ਼ ਕਰਨੀ ਆ। ਜਿੱਥੇ ਡਾਇਗਨਲ ਮੈਟ੍ਰਿਕਸ ਦਿਖਗੀ ਤਾਂ ਸਿੱਧਾ ਉਹਦਾ ਆਂਸਰ ਕਿਆ ਕਰੇਗਾ, ਪ੍ਰੋਡਕਟ ਆਫ ਡਾਇਗਨਲ ਐਲੀਮੈਂਟ। ਜਿਵੇਂ ਹੁਣ ਕਿਹਾ ਬੱਚੇ 5 8 9 ਆ, ਇਹ ਮੈਟ੍ਰਿਕਸ ਆ ਅਤੇ ਇਸ ਮੈਟ੍ਰਿਕਸ ਦਾ ਡਿਟਰਮੀਨੈਂਟ ਪੁੱਛ ਰੱਖਿਆ, ਕਹੋਗੇ ਜੀ ਡਾਇਗਨਲ ਮੈਟ੍ਰਿਕਸ ਆ, ਇਹਦੇ ਡਾਇਗਨਲ ਐਲੀਮੈਂਟ ਦੀ ਪ੍ਰੋਡਕਟ ਹੀ ਇਹਦਾ ਡਿਟਰਮੀਨੈਂਟ ਹੋਊਗਾ। 5 4 ਦਾ 5 8 ਦਾ 40 40 ਨੂੰ 9 ਨਾਲ ਪ੍ਰੋਡਕਟ ਕੀਤੀ ਬੱਚੇ 360, ਸੋ ਇਹਦਾ ਡਿਟਰਮੀਨੈਂਟ ਨਿਕਲ ਆਊਗਾ। ਸੋ ਪ੍ਰੋਡਕਟ ਆਫ ਡਾਇਗਨਲ ਐਲੀਮੈਂਟ, ਇਹ ਸੀਗੀ ਪ੍ਰੋਪਰਟੀ 8। ਉਸ ਤੋਂ ਬਾਅਦ ਬੱਚੇ 9th ਪ੍ਰੋਪਰਟੀ ਕੀ ਆ, ਪ੍ਰੂਵ ਦੈਟ ਦੀ ਵੈਲਿਊ ਆਫ ਡਿਟਰਮੀਨੈਂਟ ਆਫ ਅ ਸਕਿਊ ਸਿਮੈਟਰੀ ਮੈਟ੍ਰਿਕਸ ਆਫ ਆਰਡਰ ऑड ऑर्डर इज़ ऑलवेज 0। कहते कोई मैट्रिक्स जिहदा ऑर्डर की होएगा बच्चे ऑड ऑर्डर होएगा, स्क्यू सिमेट्री मैट्रिक्स वो की होएगी हमेशा 0 डिटरमीनेंट वाली होएगी। हुण स्क्यू सिमेट्री मैट्रिक्स की सी वो मैट्रिक्स जिहदा असीं डिटरमीनेंट की ट्रांसपोज किया किहदे इक्वल आ जाए माइनस ऑफ ए दे इक्वल आ जाए, इनू बोलते हैं असीं स्क्यू सिमेट्री मैट्रिक्स। कोई भी बच्चे असीं मैट्रिक्स जो बनाने ऑड ऑर्डर की क्या, ऑड ऑर्डर मतलब वो जां तां वो 3 ऑर्डर की होएगी बच्चे, जां 5 ऑर्डर की होगी, जां साडे कोल 7 ऑर्डर की हो। असीं 3 ऑर्डर की लैने डायगनल 0 0 1 2 3 -1 -2 -3 बच्चे जो इहदा ट्रांसपोज करोगे माइनस ऑफ ए दे इक्वल आ जाएगा। सो ये साडे कोल की आ स्क्यू सिमेट्री मैट्रिक्स। हुण इहदा असीं जेकर बच्चे की करिए डिटरमीनेंट कढीए, देखो डिटरमीनेंट कढांगे इहदा आंसर कितना आ जाऊगा 0 नाल किसी भी प्रोडक्ट 0। उस तो बाद बच्चे माइनस का सिंबल आ एलीमेंट दी इहदे नाल 0, इत्थे आएगा
2 3 ਦਾ 6 ਇੱਕ ਮਾਈਨਸ ਅੱਗੇ 6 ਹੈਗਾ, ਫਿਰ ਉਸ ਤੋਂ ਬਾਅਦ ਪਲੱਸ ਦਾ 2, ਫਿਰ ਆ ਗਿਆ ਸਾਡੇ ਕੋਲ 3, ਬਚੇ ਇਹ ਆ ਗਿਆ 6 ਮਾਈਨਸ 6 ਇਜ਼ ਇਕੁਅਲ ਟੂ 0। ਸੋ ਇੱਕ ਸਕਿਊ ਸਿਮੈਟਰੀ ਮੈਟ੍ਰਿਕਸ ਲਈ ਉਹਦਾ ਡਿਟਰਮੀਨੈਂਟ ਕੱਢਿਆ, ਸਾਡੇ ਕੋਲ ਆਨਸਰ ਕੀ ਆ ਰਿਹਾ 0। ਪਰ ਕਦੋਂ? ਜਦੋਂ ਇਹਦਾ ਆਰਡਰ ਕੀ ਸੀ? ਆਡ, ਬਚੇ 3 ਆਰਡਰ ਦੀ ਮੈਟ੍ਰਿਕਸ ਸੀ। ਜੇ ਮੰਨ ਲਓ ਅਸੀਂ 2 ਆਰਡਰ ਦੀ ਮੈਟ੍ਰਿਕਸ ਲੈਂਦੇ, 2 ਆਰਡਰ ਦੀ ਮੈਟ੍ਰਿਕਸ ਸਿਰਫ ਉਹ 'ਚ 2 ਰੋਜ਼ ਨੇ, 2 ਕਾਲਮ, 1 0 0 1 ਐਂਡ -1। ਜਦੋਂ ਇਹਦਾ ਡਿਟਰਮੀਨੈਂਟ ਕੱਢਿਆ ਬਚੇ, ਇਹ ਤਾਂ ਸਾਡੇ ਕੋਲ 1 ਆ ਗਿਆ, ਇਹ ਤਾਂ ਨੋਨ ਜ਼ੀਰੋ ਆ। ਇਸ ਦਾ ਮਤਲਬ ਇਹ ਪ੍ਰੋਪਰਟੀ ਉਦੋਂ ਹੀ ਅਪਲਾਈ ਹੋਊ, ਕਹਿੰਦੇ ਜਦੋਂ ਸਕਿਊ ਸਿਮੈਟਰੀ ਮੈਟ੍ਰਿਕਸ ਦਾ ਆਰਡਰ ਕੀ ਆ? ਆਡ ਆਰਡਰ ਆ, ਉਦੋਂ ਹੀ ਅਸੀਂ ਕਹਾਂਗੇ ਕਿ ਸਕਿਊ ਸਿਮੈਟਰੀ ਮੈਟ੍ਰਿਕਸ ਦਾ